प्यारे बच्चों, ਅੱਜ ਆਪਾਂ ਵਸਤੂਆਂ ਅਤੇ ਕਰੰਸੀ ਨੋਟਾਂ ਦੀ ਮਦਦ ਨਾਲ ਜੋੜ ਅਤੇ ਘਟਾਓ ਦੇ ਗੁਣਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਬੱਚਿਓ, ਇਸ ਪਾਸੇ ਮੇਰੇ ਕੋਲ 2 ਸਕੈਚ ਪੈਨ ਅਤੇ ਇਸ ਪਾਸੇ 4 ਸਕੈਚ ਪੈਨ ਹਨ। ਬੱਚਿਓ, ਮੈਂ ਹੁਣ ਇਹਨਾਂ 2 ਸਕੈਚ ਪੈਨਾਂ ਦੇ ਵਿੱਚ 4 ਸਕੈਚ ਪੈਨ ਹੋਰ ਰੱਖ ਦਿੱਤੇ। ਇਹ ਸਕੈਚ ਪੈਨ ਹੁਣ ਕਿੰਨੇ ਹੋ ਗਏ? 2 + 4 6। ਹੁਣ ਇੱਧਰ ਵਾਲੇ ਮੈਂ 4 ਸਕੈਚ ਪੈਨਾਂ ਦੇ ਵਿੱਚ ਜੇਕਰ 2 ਸਕੈਚ ਪੈਨ ਹੋਰ ਰੱਖ ਦਿੰਦੀ ਹਾਂ ਤਾਂ ਇਹ ਕਿੰਨੇ ਬਣ ਗਏ? ਸ਼ਾਬਾਸ਼, 4 + 2 = 6। ਪਿਆਰੇ ਬੱਚਿਓ, ਰਮਨ ਦੇ ਕੋਲ 115 ਰੁਪਏ ਅਤੇ ਉਸਦੀ ਭੈਣ ਗਗਨ ਦੇ ਕੋਲ 327 ਰੁਪਏ ਹਨ। ਰਮਨ ਨੂੰ ਉਸਦੇ ਮਾਤਾ ਜੀ ਨੇ 327 ਰੁਪਏ ਹੋਰ ਦੇ ਦਿੱਤੇ ਅਤੇ ਗਗਨ ਨੂੰ ਵੀ ਮਾਤਾ ਜੀ ਨੇ 115 ਰੁਪਏ ਹੋਰ ਦੇ ਦਿੱਤੇ। ਰਮਨ ਦੇ ਰੁਪਏ ਹੁਣ ਵੱਧ ਕੇ 442 ਹੋ ਗਏ ਹਨ ਅਤੇ ਉਸਦੀ ਭੈਣ ਗਗਨ ਦੇ ਰੁਪਏ ਵੀ 442 ਹੋ ਗਏ। ਇਸ ਦਾ ਮਤਲਬ 115 + 327 ਬਰਾਬਰ ਹੈ 442 ਅਤੇ 327 + 115 ਵੀ ਬਰਾਬਰ ਹੈ 442। ਪਿਆਰੇ ਬੱਚਿਓ, ਜਮ੍ਹਾਂ ਦੀਆਂ ਰਕਮਾਂ ਦੀ ਤਰਤੀਬ ਬਦਲਣ 'ਤੇ ਜੋੜਫਲ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿਸ ਤਰ੍ਹਾਂ ਆਪਾਂ ਇੱਥੇ ਦੇਖ ਰਹੇ ਹਾਂ ਕਿ 115 ਭਾਵੇਂ ਅੱਗੇ ਹੈ, ਭਾਵੇਂ 115 ਪਿੱਛੇ ਹੈ ਅਤੇ 327 ਅੱਗੇ ਹੈ ਜਾਂ ਪਿੱਛੇ, ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਦੋ ਸੰਖਿਆਵਾਂ ਵਿੱਚੋਂ ਕਿਸੇ ਵੀ ਸੰਖਿਆ ਨੂੰ ਆਪਾਂ ਕ੍ਰਮ ਬਦਲ ਕੇ ਰੱਖਣ 'ਤੇ ਵੀ ਉਸਦਾ ਇੱਕੋ ਜਿਹਾ ਹੀ ਉੱਤਰ ਸਾਨੂੰ ਮਿਲਦਾ ਹੈ। ਬੱਚਿਓ, 115 + 327 ਬਰਾਬਰ ਹੋਵੇਗਾ 327 ਦੇਖੋ, ਸ਼ਾਬਾਸ਼, 115। ਰਮਨ ਨੂੰ ਉਸਦੇ ਮਾਤਾ ਜੀ ਨੇ 1 ਰੁਪਈਆ ਹੋਰ ਦਿੱਤਾ। ਇਸ ਦਾ ਮਤਲਬ 442 ਦੇ ਵਿੱਚ 1 ਰੁਪਈਆ ਹੋਰ ਜੁੜ ਗਿਆ ਅਤੇ ਬਰਾਬਰ ਕਿਹਦੇ ਆ ਗਿਆ? 442 1 443। ਇਸ ਤੋਂ ਆਪਾਂ ਨੂੰ ਕੀ ਪਤਾ ਲੱਗਿਆ? ਹਾਂਜੀ, ਕਿਸੇ ਸੰਖਿਆ ਵਿੱਚ 1 ਜੋੜਨ ਦੇ ਨਾਲ ਅਗਲੀ ਸੰਖਿਆ ਪ੍ਰਾਪਤ ਹੁੰਦੀ ਹੈ। ਗਗਨ ਨੇ 442 ਰੁਪਈਆਂ ਵਿੱਚੋਂ 1 ਰੁਪਈਆ ਖਰਚ ਲਿੱਤਾ। ਇਸ ਦਾ ਮਤਲਬ 442 ਵਿੱਚੋਂ 1 ਰੁਪਈਆ ਘਟ ਗਿਆ ਅਤੇ ਬਰਾਬਰ ਕਿਹਦੇ ਰਹਿ ਗਿਆ? 442 ਘਟਾਓ 1 441। ਇਸ ਦਾ ਮਤਲਬ ਕਿਸੇ ਸੰਖਿਆ ਵਿੱਚੋਂ 1 ਘਟਾਉਣ 'ਤੇ ਪਿਛਲੀ ਸੰਖਿਆ ਪ੍ਰਾਪਤ ਹੁੰਦੀ ਹੈ। ਬੱਚਿਓ, 442 ਵਿੱਚ 1 ਜੋੜਨ ਦੇ ਨਾਲ ਅਗਲੀ ਸੰਖਿਆ ਅਤੇ 442 ਵਿੱਚ 1 ਘਟਾਓ ਕਰਨ ਦੇ ਨਾਲ ਪਿਛਲੀ ਸੰਖਿਆ ਪ੍ਰਾਪਤ ਹੋਈ। ਇਸ ਪ੍ਰਕਾਰ ਕਿਸੇ ਵੀ ਸੰਖਿਆ ਵਿੱਚ 1 ਜੋੜੋ ਤਾਂ ਅਗਲੀ ਸੰਖਿਆ, 1 ਘਟਾਓ ਤਾਂ ਪਿਛਲੀ ਸੰਖਿਆ ਪ੍ਰਾਪਤ ਹੁੰਦੀ ਹੈ। ਬੱਚਿਓ, ਹੁਣ ਆਪਾਂ ਹੋਰ ਉਦਾਹਰਨ ਨਾਲ ਸਮਝਦੇ ਹਾਂ। ਰਮਨ ਦੇ ਕੋਲ 321 ਰੁਪਏ ਹਨ ਅਤੇ ਰਮਨ ਨੂੰ ਕੋਈ ਵੀ ਹੋਰ ਰੁਪਈਆ ਨਹੀਂ ਪ੍ਰਾਪਤ ਹੋਇਆ। ਇਸ ਦਾ ਮਤਲਬ ਰਮਨ ਦੇ 321 ਰੁਪਈਆਂ ਦੇ ਵਿੱਚ ਕੁਝ ਵੀ ਨਹੀਂ ਜੁੜਿਆ, ਭਾਵ 0 ਜੁੜੇਗਾ ਅਤੇ ਰਮਨ ਦੇ ਕੋਲ ਕਿੰਨੇ ਰੁਪਏ ਰਹਿ ਗਏ? ਰਮਨ ਦੇ ਕੋਲ ਹੁਣ 321 ਰੁਪਏ ਹੀ ਰਹਿ ਗਏ। ਉਸਦੇ ਰੁਪਏ ਨਾ ਵਧੇ ਨਾ ਹੀ ਘਟੇ। ਇਸੇ ਤਰ੍ਹਾਂ ਉਸਦੀ ਭੈਣ ਗਗਨ ਦੇ ਕੋਲ 339 ਰੁਪਏ ਹਨ ਅਤੇ ਇਸ ਵਾਰ ਗਗਨ ਨੇ 1 ਵੀ ਰੁਪਈਆ ਨਹੀਂ ਖਰਚਿਆ, ਉਸਨੇ ਕੁਝ ਵੀ ਨਹੀਂ ਖਰਚਿਆ। ਇਸ ਦਾ ਮਤਲਬ ਉਸਦੇ ਰੁਪਈਆਂ ਵਿੱਚੋਂ ਕੁਝ ਨਹੀਂ ਘਟਿਆ, ਭਾਵ 0 ਘਟਾਓ ਹੋਈ ਅਤੇ 339 ਵਿੱਚੋਂ 0 ਘਟਾਉਣ ਦੇ ਨਾਲ ਉਸਦੇ ਰੁਪਈਆਂ ਨੂੰ ਕੋਈ ਵੀ ਫਰਕ ਨਹੀਂ ਪਿਆ। ਉਸਦੇ ਰੁਪਈਏ 339 ਹੀ ਰਹਿ ਗਏ। ਇਸ ਦਾ ਮਤਲਬ ਇਹ ਹੈ ਬੱਚਿਓ ਕਿ ਕਿਸੇ ਵੀ ਸੰਖਿਆ ਵਿੱਚ 0 ਜੋੜਨ ਜਾਂ 0 ਘਟਾਉਣ ਦੇ ਨਾਲ ਉੱਤਰ ਉਹੀ ਸੰਖਿਆ ਰਹਿੰਦੀ ਹੈ। ਜਿਸ ਤਰ੍ਹਾਂ 321 ਵਿੱਚ 0 ਜੋੜੇ ਤੇ ਉੱਤਰ 321 ਹੀ ਰਿਹਾ ਅਤੇ 339 ਵਿੱਚੋਂ 0 ਘਟਾਏ ਤੇ ਉੱਤਰ 339 ਹੀ ਰਿਹਾ। ਪਿਆਰੇ ਬੱਚਿਓ, ਜੋੜ ਘਟਾਓ ਦੇ ਇਸ ਗੁਣ ਨੂੰ ਤੁਸੀਂ ਤੁਕਬੰਦੀ ਰਾਹੀਂ ਵੀ ਯਾਦ ਰੱਖ ਸਕਦੇ ਹੋ। ਤਾਂ ਸ਼ੁਰੂ ਕਰੀਏ ਫਿਰ ਆਪਣੀ ਤੁਕਬੰਦੀ। 0 ਜੋੜੀਏ 0 ਘਟਾਈਏ ਫਰਕ ਨਾ ਕੁਝ ਵੀ ਪੈਂਦਾ। 0 ਜੋੜੀਏ 0 ਘਟਾਈਏ ਫਰਕ ਨਾ ਕੁਝ ਵੀ ਪੈਂਦਾ। ਜੋ ਕੁਝ ਸਾਡੇ ਕੋਲ ਹੈ ਬੱਚਿਓ।
जो कुछ साडे कोल है बच्चिओ ओहिओ कुछ है रहिंदा। रमन ने अपने 321 रुपए अपनी छोटी भैन गगन नूं दे दिते। प्यारे बच्चिओ हुण रमन दे कोल कुछ भी नहीं बचिया। इसका मतलब जदों 321 विचों 321 कटाए तो साडे कोल 0 रह गया। इसे प्रकार बच्चिओ किसी संख्या विचों ओही संख्या घटाउण ते 0 प्राप्त हुंदी है। जिस तरह इत्थे 321 विचों 321 घटाउण ते 0 रह गया। प्यारे बच्चिओ घर दे काम विच तुसीं अध्याय 2 दी दोहराई दा दूसरा सवाल खाली थावां भरो दा ए भाग, बी भाग, ई भाग अते एच भाग अपनियां कापियां उपर हल करना है। इन्हां नूं हल करदे समय तुसीं ਜਿਹੜੀਆਂ ਆਪਾਂ ਅੱਜ ਜੋੜ ਅਤੇ ਘਟਾਓ ਦੀਆਂ ਨਵੀਆਂ ਗੱਲਾਂ ਸਿੱਖੀਆਂ ਹਨ, ਭਾਵ ਜੋੜ ਅਤੇ ਘਟਾਓ ਦੇ ਜੋ ਗੁਣ ਆਪਾਂ ਸਿੱਖੇ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਸਵਾਲ ਹੱਲ ਕਰਨੇ ਹਨ। ਪੰਨਾ ਨੰਬਰ 26 ਅਤੇ 27 ਅਨੁਸਾਰ। ਧੰਨਵਾਦ।